ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਜੋ ਪੰਜਾਬ ਦੇ ਵਿੱਚ ਹਾਲਾਤ ਬਣੇ ਨੇ, ਇਹਨਾਂ ਹਾਲਾਤਾਂ ਤੋਂ ਜੋ ਮੁੱਖ ਮੰਤਰੀ ਦਾ ਰਿਐਕਸ਼ਨ ਆ ਰਿਹਾ, ਉਹਨਾਂ ਚੀਜ਼ਾਂ ਤੋਂ ਇਹ ਲੱਗਦਾ ਕਿ ਕਿਤੇ ਭਗਵੰਤ ਮਾਨ ਵੀ ਦੂਜੇ ਮੁੱਖ ਮੰਤਰੀਆਂ ਵਾਂਗ ਜਿਹੜੇ ਕਾਂਗਰਸ ਦੇ ਸੀਗੇ ਜਾਂ ਹੋਰ ਪਹਿਲਾਂ ਦੇ ਮੁੱਖ ਮੰਤਰੀ ਹੈ, ਉਹ ਵੀ ਕਿਤੇ ਦਿੱਲੀ ਵਾਂਗੂ ਰਿਮੋਟ ਕੰਟਰੋਲ ਤਾਂ ਨਹੀਂ ਹੋ ਗਏ। ਅਤੇ ਦੂਜੀ ਗੱਲ ਇਹ ਹੈ ਕਿ ਜੋ ਪੰਜਾਬ ਦੇ ਵਿੱਚ ਤਾਜ਼ਾ ਘਟਨਾਕ੍ਰਮ ਵਾਪਰ ਰਿਹਾ, ਕਿ ਇਹਨੂੰ ਅਸੀਂ ਉਹਨਾਂ ਵੈੱਬ ਸੀਰੀਜ਼ ਦੇ ਨਾਲ ਜੋੜ ਕੇ ਦੇਖ ਸਕਦੇ ਹਾਂ ਜਿਨ੍ਹਾਂ ਦੇ ਵਿੱਚ ਇੱਕਾ ਦੁੱਕਾ ਘਟਨਾਵਾਂ ਤੋਂ ਬਾਅਦ ਉਹਨਾਂ ਘਟਨਾਵਾਂ ਨੂੰ ਫਿਰ ਉਸੇ ਸਕ੍ਰਿਪਟ ਦੇ ਤਹਿਤ ਵੱਡੀਆਂ ਘਟਨਾਵਾਂ ਨਾਲ ਲਿੰਕ ਕੀਤਾ ਜਾ ਸਕਦਾ ਹੋਵੇ। ਪੰਜਾਬ ਦੇ ਵਿੱਚ ਪਿਛਲੇ ਕੁਝ ਸਮੇਂ ਦੇ ਵਿੱਚ ਹੀ ਜਦੋਂ 7 ਮਹੀਨੇ ਹੋਇਆ ਸਰਕਾਰ ਨੂੰ, ਤਾਂ ਬਹੁਤ ਸਾਰੀਆਂ ਵੱਡੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ। 7 ਵੱਡੀਆਂ ਘਟਨਾਵਾਂ ਇਹੋ ਜਿਹੀਆਂ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ 'ਤੇ ਸਵਾਲ ਖੜ੍ਹੇ ਕਰ ਦਿੱਤੇ ਨੇ। ਪੰਜਾਬ ਦੇ ਵਿੱਚ ਕੋਈ ਮੰਨੇ ਜਾਂ ਨਾ ਮੰਨੇ, ਪਰ ਇਸ ਵੇਲੇ ਜੋ ਪ੍ਰਕਰਨ ਚੱਲ ਰਹੇ ਨੇ ਉਹਨਾਂ ਦੇ ਨਾਲ ਹਰ ਪੰਜਾਬੀ ਦੇ ਮਨ ਦੇ ਵਿੱਚ ਬੇਚੈਨੀ ਅਤੇ ਖੌਫਜ਼ਦਾ ਜ਼ਰੂਰ ਹੈ। ਹਰ ਪੰਜਾਬੀ ਕਿ ਯਾਰ ਬਣੂ ਕੀ, ਕਿਉਂਕਿ ਇੱਕ ਨਹੀਂ ਬਹੁਤ ਸਾਰੇ ਪ੍ਰਕਰਨ, ਬਹੁਤ ਸਾਰੇ ਐਪੀਸੋਡਸ, ਬਹੁਤ ਸਾਰੀਆਂ ਚੀਜ਼ਾਂ ਨਿਰੰਤਰ ਲਗਾਤਾਰ ਚੱਲ ਰਹੀਆਂ ਨੇ ਅਤੇ ਉਹ ਪਰਸਪਰ ਵਿਰੋਧੀ ਵੀ ਨੇ ਇੱਕ ਦੂਜੇ ਦੀਆਂ। ਜੇ ਆਪਾਂ ਦੇਖੀਏ, ਬਹੁਤ ਸਾਰੇ ਟਕਰਾਅ ਨੇ, ਜਿਵੇਂ ਲੰਘੇ ਦਿਨੀ ਸਿੱਖਾਂ ਅਤੇ ਈਸਾਈਆਂ ਦਾ ਟਕਰਾ ਰਿਹਾ। ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਪਟਿਆਲਾ ਦੇ ਵਿੱਚ ਸ਼ਿਵ ਸੈਨਿਕਾਂ ਦਾ ਟਕਰਾਅ ਹੋਇਆ ਸੀ। ਤਾਂ ਇਹ ਕੁਛ ਚੀਜ਼ਾਂ ਹੋਈਆਂ ਨੇ, ਤਾਂ ਮੈਂ ਉਹਨਾਂ ਚੀਜ਼ਾਂ ਨੂੰ ਵੈੱਬ ਸੀਰੀਜ਼ ਨਾਲ ਕਿਉਂ ਜੋੜ ਰਿਹਾ ਵਾਂ ਜਾਂ ਕਿਸੇ ਸਟੋਰੀ ਨਾਲ ਕਿਉਂ ਜੋੜ ਰਿਹਾ ਵਾਂ। ਮੈਂ ਇਹ ਗੱਲ ਕਿਉਂਕਿ ਕੀ ਭਗਵੰਤ ਮਾਨ ਰਿਮੋਟ ਕੰਟਰੋਲਡ ਮੁੱਖ ਮੰਤਰੀ ਬਣ ਗਿਆ ਵਾ, ਤਾਂ ਉਹਨਾਂ ਚੀਜ਼ਾਂ ਦਾ ਮੈਂ ਕੁਛ ਜ਼ਰੀਆ, ਕੁਛ ਫੈਕਟ ਰੱਖਦਾ ਤੁਹਾਡੇ ਸਾਹਮਣੇ। ਹੋ ਸਕਦਾ ਤੁਹਾਨੂੰ ਉਹਨਾਂ ਚੀਜ਼ਾਂ ਤੋਂ ਕਲੀਅਰ ਹੋ ਜੇ। ਪਹਿਲੀ ਗੱਲ ਤਾਂ ਇਹ ਹੈ, ਭਗਵੰਤ ਮਾਨ ਵੱਲ ਬਾਅਦ ਦੇ ਵਿੱਚ ਵਧਾਂਗੇ ਆਪਾਂ। ਪਹਿਲੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਜਦੋਂ ਤੋਂ ਮੁੱਖ ਮੰਤਰੀ ਬਣੇ ਭਗਵੰਤ ਮਾਨ, ਤਾਂ ਉਸ ਤੋਂ ਤਕਰੀਬਨ 2 ਦਿਨ ਪਹਿਲਾਂ, ਜੇ ਮੈਂ ਗਲਤ ਨਾ ਹੋਵਾਂ, ਤਾਂ ਸੰਦੀਪ ਨੰਗਲ ਅੰਬੀਆਂ ਦਾ ਜ਼ਿਕਰ ਹੁੰਦਾ। ਜਿਵੇਂ ਸਿੱਧੂ ਮੂਸੇਵਾਲੇ ਦਾ ਵਕਾਰ ਗਾਇਕੀ ਦੇ ਵਿੱਚ ਸੀ ਜੋ ਕੱਦ, ਇਹੀ ਕੱਦ ਸੰਦੀਪ ਨੰਗਲ ਅੰਬੀਆਂ ਦਾ ਕਬੱਡੀ ਦੇ ਵਿੱਚ ਸੀ। ਸੰਦੀਪ ਨੰਗਲ ਅੰਬੀਆਂ ਕਬੱਡੀ ਦੇ ਵਿੱਚ ਸਿੱਧੂ ਮੂਸੇਵਾਲਾ ਸੀ, ਅਤੇ ਸਿੱਧੂ ਮੂਸੇਵਾਲਾ ਕਹਿ ਲਓ ਕਿ ਗਾਇਕੀ ਦੇ ਵਿੱਚ ਸੰਦੀਪ ਨੰਗਲ ਅੰਬੀਆਂ ਸੀ। ਗੱਲ ਇੱਕੋ ਹੀ ਹੈ। ਕਈ ਲੋਕ ਦੋਨਾਂ 'ਚੋਂ ਕਿਸੇ ਇੱਕ ਨੂੰ ਵਧਾ ਕੇ ਵੇਖਦੇ ਆ, ਪਰ ਨਹੀਂ, ਮੈਂ ਕਹਿਣਾ ਕਿ ਦੋਨੇ ਨੌਜਵਾਨ ਆਪੋ ਆਪਣੇ ਜੋ ਉਹਨਾਂ ਨੇ ਖੇਤਰ ਚੁਣੇ ਸੀ ਉਹਨਾਂ ਦੇ ਵਿੱਚ ਉਹ ਸ਼ੌਹਰਤ, ਬੁਲੰਦੀ, ਪ੍ਰਸਿੱਧੀ ਦੇ ਸਿਖਰਾਂ 'ਤੇ ਸੀਗੇ। ਔਰ ਇੱਕ ਟੂਰਨਾਮੈਂਟ ਦੇ ਦੌਰਾਨ ਉਹਦਾ ਕਤਲ ਹੋ ਜਾਂਦਾ ਸੰਦੀਪ ਨੰਗਲ ਅੰਬੀਆਂ ਦਾ। ਉਸ ਤੋਂ ਬਾਅਦ ਕੀ ਹੁੰਦਾ, ਪਟਿਆਲਾ ਦੇ ਵਿੱਚ ਇੱਕ ਮਾਰਚ ਨਿਕਲਣਾ ਵਾ ਹੁੰਦਾ, ਅਤੇ ਉਹਦੇ ਬਿਲਕੁਲ ਐਨ ਪੈਰਲਰ ਸ਼ਿਵ ਸੈਨਿਕ ਜਿਹੜਾ ਪਹਿਲਾਂ ਕਿਹਾ ਜਾਂਦਾ ਕਿ ਖਾਲਿਸਤਾਨ ਦੇ ਝੰਡੇ ਲਾਏ ਜਾਣਗੇ, ਅਤੇ ਫਿਰ ਉਹ ਖਾਲਿਸਤਾਨ ਮੁਰਦਾਬਾਦ ਮਾਰਚ ਕੱਢਦੇ ਆ, ਅਤੇ ਉਸੇ ਦਰਮਿਆਨ ਫਿਰ ਸ਼ਿਵ ਸੈਨਿਕ ਅਤੇ ਪਰਵਾਨਾ ਹੋਰਾਂ ਦੀ ਜਿਹੜੀ ਟੀਮ ਹੈ ਜਾਂ ਇਹ ਜਿਹੜੀਆਂ ਜਥੇਬੰਦੀਆਂ ਨੇ, ਇਹ ਆਪਸੀ ਟਕਰਾਅ ਦੇ ਵਿੱਚ ਆ ਜਾਂਦੀਆਂ। ਇੱਥੇ ਵੀ ਮਸਲਾ ਲਾਅ ਐਂਡ ਆਰਡਰ ਦਾ ਆ ਜਾਂਦਾ। ਦੂਜੀ ਵਾਰੀ ਪੰਜਾਬੀ ਖੌਫਜ਼ਦਾ ਹੁੰਦੇ ਨੇ। ਫਿਰ ਇੱਕ ਘਟਨਾ ਘਟਦੀ ਹੈ 9 ਮਈ ਨੂੰ, ਪੁਲਿਸ ਦੇ ਖੂਫੀਆ ਹੈੱਡਕੁਆਟਰ 'ਤੇ ਹਮਲਾ ਹੁੰਦਾ। ਲੋਕਾਂ ਦੇ ਮਨਾਂ ਦੇ ਵਿੱਚ ਉਦੋਂ ਵੀ ਬਹੁਤ ਵੱਡੇ ਸਵਾਲ ਆਉਂਦੇ ਆ ਕਿ ਯਾਰ ਜੇ ਖੂਫੀਆ ਹੈੱਡਕੁਆਟਰ 'ਤੇ ਹਮਲਾ ਹੋ ਸਕਦਾ ਅਤੇ ਸਾਡੀ ਕੀ ਔਕਾਤ ਆ, ਅਸੀਂ ਕਿਹਦੇ ਵਿਚਾਰੇ ਹਾਂ। 9 ਮਈ ਤੋਂ ਬਾਅਦ 30 ਦਿਨ ਪੈਂਦੇ ਨਹੀਂਗੇ, 20 ਦਿਨ ਕਹਿ ਲਓ, 29 ਮਈ ਨੂੰ ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਂਦਾ। ਉਸ ਬੰਦੇ ਦਾ ਜਿਹਨੂੰ ਸਾਰੀ ਦੁਨੀਆ ਜਾਣਦੀ ਹੈ, ਅਤੇ ਉਸ ਬੰਦੇ ਦਾ ਜਿਹਨੂੰ 3 ਸਾਲਾਂ 'ਚ 23 ਤੋਂ ਵੱਧ ਧਮਕੀਆਂ ਆਈਆਂ, ਉਸ ਬੰਦੇ ਦਾ ਕਤਲ ਜਿਹਦੇ ਬਾਰੇ ਸ਼ਾਹਰੁਖ ਨਾਂ ਦੇ ਗੈਂਗਸਟਰ ਨੇ ਇਨਪੁਟ ਦੇ ਦਿੱਤੀ ਸੀ ਕਿ ਪੰਜਾਬ ਦੇ ਵਿੱਚ ਕੁਛ ਵੱਡਾ ਪਲਾਨ ਕੀਤਾ ਜਾ ਰਿਹਾ, ਉਹਦਾ ਕਤਲ ਹੋ ਜਾਂਦਾ ਸਿੱਧੂ ਮੂਸੇਵਾਲੇ ਦਾ। ਔਰ ਉਹ ਜਿਹੜਾ ਕੌਮਾਂਤਰੀ ਇੱਕ ਸਟਾਰ ਵਾਂਗੂ ਸੀਗਾ। ਖੈਰ ਇਹ ਤਾਂ ਗੱਲ ਆਪਾਂ ਕਹਿ ਦਿੰਦੇ ਹਾਂ ਕਿ ਕੌਮਾਂਤਰੀ ਸਟਾਰ ਸੀਗਾ, ਪਰ ਜਾਣ ਤਾਂ ਹਰ ਇੱਕ ਦੀ ਜਾਣ ਹੀ ਹੈ। ਹੁਣ ਉਸ ਤੋਂ ਬਾਅਦ ਕੀ ਹੁੰਦਾ, ਚਰਚ ਦੇ ਵਿੱਚ ਭੰਨ ਤੋੜ ਦਾ ਮਾਮਲਾ ਸ਼ੁਰੂ ਹੋ ਜਾਂਦਾ। ਉਸ ਤੋਂ ਬਾਅਦ ਸੁਧੀਰ ਸੂਰੀ ਦਾ ਕਤਲ ਹੋ ਜਾਂਦਾ। ਉਸ ਤੋਂ ਬਾਅਦ ਫਿਰ ਕਤਲ ਆਉਂਦਾ, ਨਾਮ ਆਉਂਦਾ ਪ੍ਰਦੀਪ ਸਿੰਘ ਦਾ। ਹੁਣ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਗੌਰ ਦੇ ਨਾਲ ਦੇਖੋਗੇ ਤਾਂ ਤੁਹਾਨੂੰ ਪੰਜਾਬ ਦੇ ਵਿੱਚ ਅਸਥਿਰਤਾ ਪੈਦਾ ਕਰਨ ਵਾਲਾ ਇੱਕ ਪੈਟਰਨ ਜਿਹਾ ਨਜ਼ਰ ਆਊਗਾ। ਅਤੇ ਇਹ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਜਿਹੜਾ ਇਹ ਪ੍ਰਦੀਪ ਸਿੰਘ ਹੈ, ਇਹ ਪਰਮਾਰ ਸਾਹਿਬ ਦੀ, ਜਿਹਨਾਂ ਦਾ ਨਾਮ ਸੁਰਿੰਦਰ ਸਿੰਘ ਪਰਮਾਰ ਹੈ, ਉਹਨਾਂ ਵਾਲੀ ਸਿੱਟ ਦੇ ਵਿੱਚ ਜਿਹੜੀ ਜਾਂਚ ਕਰ ਰਹੀ ਹੈ ਬੇਅਦਬੀ ਮਾਮਲਿਆਂ ਦੀ, ਉਹਦੇ ਵਿੱਚ ਨਾਮਜ਼ਦ ਸੀਗਾ ਅਤੇ ਜ਼ਮਾਨਤ 'ਤੇ ਬਾਹਰ ਸੀਗਾ। ਅਤੇ ਜਿਹੜੇ ਫੈਕਟ ਨੇ ਉਹ ਦੱਸਦੇ ਨੇ ਕਿ ਹੁਣ ਤੱਕ ਜੇ ਮਹਿੰਦਰਪਾਲ ਬਿੱਟੂ ਤੋਂ ਲੈ ਕੇ ਹੁਣ ਤੱਕ 7 ਕਤਲ ਡੇਰਾ ਪ੍ਰੇਮੀਆਂ ਦੇ ਹੋ ਚੁੱਕੇ ਆ। ਅਤੇ ਇਹਨਾਂ ਬਹੁਤਿਆਂ ਤੋਂ ਕਾਨੂੰਨੀ ਮਾਹਰਾਂ ਦੇ ਮੁਤਾਬਕ ਇਹਨਾਂ ਬਹੁਤਿਆਂ ਤੋਂ ਇਹ ਉਮੀਦ ਕੀਤੀ ਜਾ ਸਕਦੀ ਸੀ ਕਿ ਇਹਨਾਂ ਦੇ ਵਿੱਚੋਂ ਕਈ ਬੰਦੇ ਵਾਅਦਾ ਮਾਫ ਗਵਾਹ ਬਣ ਸਕਦੇ ਆ, ਅਤੇ ਇਹ ਬੰਦੇ ਗਾਂਹ ਜਾ ਕੇ ਜੋ ਬੇਅਦਬੀ ਦੇ ਤੱਥ ਤੰਦਾਂ ਜੁੜਦੀਆਂ ਨੇ ਡੇਰਾ ਸਿਰਸਾ ਦੇ ਨਾਲ, ਤਾਂ ਉਹਨਾਂ ਦੇ ਵਿੱਚ ਕੜੀਆਂ ਸਾਬਤ ਹੋ ਸਕਦੇ ਆ। ਹੁਣ ਤੁਸੀਂ ਇਹ ਸਿੱਟੇ ਦਾ ਨਿਰਣਾ, ਇਸ ਗੱਲ ਦਾ ਨਿਰਣਾ ਆਪ ਕਰੋ, ਆਪ ਸਿੱਟੇ 'ਤੇ ਪਹੁੰਚੋ ਕਿ ਜੇਕਰ ਕੜੀਆਂ ਟੁੱਟ ਜਾਣ
ਤਾਂ ਕੀ ਉਹ ਬੰਦੇ ਜਿਨ੍ਹਾਂ ਨੇ ਇਹ ਬੇਅਦਬੀ ਕਰਾਈ, ਜਿਨ੍ਹਾਂ ਦੇ ਕਹਿਣ ਤੇ ਪਾਵਨ ਸਰੂਪ ਚੋਰੀ ਹੋਏ, ਉਹਨਾਂ ਦੇ ਅੰਗਾਂ ਦੀ ਬੇਅਦਬੀ ਕੀਤੀ ਗਈ, ਤਾਂ ਉਹ ਕਰਵਾਈ ਕਿਹਨੇ? ਕੀ ਇਹ ਕੜੀਆਂ ਟੁੱਟਣ ਦੇ ਨਾਲ ਉੱਥੇ ਤੱਕ ਕੜੀ ਪਹੁੰਚ ਜੂਗੀ? ਇਹ ਸਵਾਲ ਤੁਹਾਡੇ ਵਾਸਤੇ ਛੱਡਦਾ। ਉਸ ਤੋਂ ਬਾਅਦ ਹੁਣ ਆਉਣੇ ਆਪਾਂ ਮੁੱਖ ਮੰਤਰੀ ਭਗਵੰਤ ਮਾਨ ਵੱਲ। ਮੁੱਖ ਮੰਤਰੀ ਸਾਹਿਬ ਸੂਬੇ ਦੇ ਵਿੱਚ 2-3 ਦਿਨ ਰਹਿੰਦੇ ਨੇ, ਫਿਰ ਕਦੇ ਉਹਨਾਂ ਨੂੰ ਹਿਮਾਚਲ 'ਚ ਜਾਣਾ ਪੈਂਦਾ ਵਾ, ਕਦੇ ਉਹਨਾਂ ਨੂੰ ਗੁਜਰਾਤ ਜਾਣਾ ਪੈਂਦਾ, ਵਿੱਚ ਦੀ ਦਿੱਲੀ ਦੀ ਪੇਸ਼ੀ ਆ ਜਾਂਦੀ ਹੈ। ਹੁਣ ਤਾਂ ਉਹਨਾਂ ਨੇ ਪਿਛਲੇ ਦਿਨ ਇਹ ਵੀ ਕਿਹਾ ਸੀਗਾ ਕਿ ਬਈ ਸਾਨੂੰ ਇੱਕ ਜੈੱਟ ਚਾਹੀਦਾ ਵਾ ਜਿਹਦੇ 'ਚ ਵਾਹਵਾ ਜਾਣੇ ਫੈਮਲੀਜ਼ ਵਗੈਰਾ ਬੈਠ ਸਕਦੀਆਂ ਹੋਣ, ਅਤੇ ਇਹਦੇ ਲਈ ਉਹਨਾਂ ਨੇ ਕੋਟੇਸ਼ਨਾਂ ਵੀ ਮੰਗੀਆਂ, ਅਤੇ ਮੇਰਾ ਖਿਆਲ ਹੈ ਕਿ ਛੇਤੀ ਉਹ ਜੈੱਟ ਹਾਇਰ ਕਰ ਲੈਣਗੇ। ਚਲੋ ਆਉਣ ਜਾਣ ਪ੍ਰਚਾਰ ਕਰਨਾ ਸੌਖਾ ਹੋਊਗਾ। ਠੀਕ ਜਿਸ ਸਮੇਂ ਪੰਜਾਬ ਦੇ ਵਿੱਚ ਕਤਲੇਆਮ, ਪੰਜਾਬ ਦੇ ਵਿੱਚ ਅਸਥਿਰਤਾ ਦਾ ਮਾਹੌਲ ਹੈ, ਮੁੱਖ ਮੰਤਰੀ ਸਾਹਿਬ ਉੱਥੇ ਗਰਬਾ ਕਰ ਰਹੇ ਨੇ। ਠੀਕ ਜਿਸ ਸਮੇਂ ਪੰਜਾਬ ਪੁਲਿਸ ਤੋਂ ਉਹਨਾਂ ਨੂੰ ਜਵਾਬਦੇਹੀ ਦੀ ਲੋੜ ਆ, ਉਸ ਸਮੇਂ ਮੁੱਖ ਮੰਤਰੀ ਸਾਹਿਬ ਦਿੱਲੀ ਦੇ ਵਿੱਚ ਹਾਜ਼ਰੀ ਲਵਾ ਰਹੇ ਨੇ, ਕੇਜਰੀਵਾਲ ਦੀ ਪੇਸ਼ੀ ਭੁਗਤ ਰਹੇ ਨੇ। ਪੰਜਾਬੀ 'ਚ ਕਹਿ ਦਿੰਦਾ ਮੈਂ ਸਿੱਧਾ ਹੀ। ਹੁਣ ਕੀ ਦਿੱਲੀ ਇੰਪੋਰਟੈਂਟ ਹੈ ਪੰਜਾਬ ਦੇ ਨਾਲੋਂ? ਪੰਜਾਬੀਆਂ ਨੇ ਜਿਨ੍ਹਾਂ ਨੇ 92 MLA ਜਿਤਾ ਕੇ ਦਿੱਤੇ ਆ, ਕੀ ਹਿਮਾਚਲ ਇੰਪੋਰਟੈਂਟ ਆ? ਹਿਮਾਚਲ ਦੀ ਜਿੱਤ ਯਕੀਨੀ ਹੈ? ਕੀ ਗੁਜਰਾਤ ਜ਼ਿਆਦਾ ਜ਼ਰੂਰੀ ਹੈ ਪੰਜਾਬ ਦੇ ਨਾਲੋਂ? ਔਰ ਤੁਸੀਂ ਦੇਖੋ ਪੁਲਿਸ ਦੀ ਜਿਹੜੀ ਹੈ ਨਹਾਲੀਅਤ। ਪਹਿਲੀ ਗੱਲ ਤਾਂ ਸਿੱਧੂ ਮੂਸੇਵਾਲੇ ਦੀ ਵਾਰਦਾਤ ਹੋ ਗਈ, ਇਹਨਾਂ ਕੋਲ ਇੰਨੀ ਇਨਪੁਟਸ ਹੋਣ ਦੇ ਬਾਵਜੂਦ ਇਹਨਾਂ ਤੋਂ ਵਾਰਦਾਤ ਰੋਕੀ ਨਹੀਂ ਜਾ ਸਕੀ, ਕਿਉਂਕਿ ਇੰਟੈਲੀਜੈਂਸ ਦਾ ਕੰਮ ਹੀ ਵਾਰਦਾਤ ਨੂੰ ਰੋਕਣਾ ਹੁੰਦਾ। ਦੂਜੀ ਗੱਲ, ਜਦੋਂ ਪਹਿਲੀ ਗੱਲ ਤਾਂ ਇਹਨਾਂ ਤੋਂ ਗੈਂਗਸਟਰ ਵਾਰਦਾਤ ਰੋਕੀ ਨਹੀਂ ਗਈ, ਜਦੋਂ ਵਾਰਦਾਤ ਹੋ ਗਈ ਗੈਂਗਸਟਰ ਫੜੇ ਨਹੀਂ ਗਏ। ਜਦੋਂ ਗੈਂਗਸਟਰ ਦਿੱਲੀ ਸਪੈਸ਼ਲ ਸੈੱਲ ਨੇ ਫੜ ਲਏ, ਸਿੱਧੂ ਮੂਸੇਵਾਲੇ ਦੇ ਕਤਲ ਵਾਰੀ ਵੀ ਇੱਦਾਂ ਹੀ ਹੋਇਆ। ਉਸ ਤੋਂ ਬਾਅਦ ਪਿਛਲੇ ਕੁਝ ਜਿਹੜੇ ਪੰਜਾਬ ਦੇ ਵਿੱਚ ਹਾਈ ਪ੍ਰੋਫਾਈਲ ਮਰਡਰ ਹੋਏ ਸੀ ਉਹਨਾਂ ਦੇ ਵਿੱਚ ਵੀ, ਅਤੇ ਹੁਣ ਫਿਰ ਆ ਜਿਹੜਾ ਪ੍ਰਦੀਪ ਸਿੰਘ ਕਤਲਕਾਂਡ ਆ, ਇਹਦੇ ਵੀ ਜਿਹੜੇ ਮੁਜਰਮ ਆ ਦਿੱਲੀ ਸਪੈਸ਼ਲ ਸੈੱਲ ਨੇ ਫੜੇ ਆ। ਹੁਣ ਕੀ ਪੰਜਾਬ ਪੁਲਿਸ ਦਾ ਕੰਮ ਸਿਰਫ ਇੰਨਾ ਹੀ ਹੈ ਕਿ ਵਾਰਦਾਤ ਹੋ ਗਈ, ਸਾਰਾ ਕੁਛ ਕਰ ਗਿਆ, ਅਤੇ ਇਹਨਾਂ ਨੇ ਸਿਰਫ ਟ੍ਰਾਂਜ਼ਿਟ ਰਿਮਾਂਡ ਹੀ ਹਾਸਲ ਕਰਨੇ ਹੁੰਦੇ ਇਹਨਾਂ ਨੂੰ? ਕਿ ਪੰਜਾਬ ਪੁਲਿਸ ਦਾ ਕੰਮ ਇਹ ਹੈ ਕਿ ਉੱਥੇ 15-20 ਜਾਣੇ ਖੜੇ ਹੋਣ ਅਤੇ ਅਗਲਾ ਸੂਰੀ ਨੂੰ ਗੋਲੀਆਂ ਮਾਰ ਕੇ ਠਾਠਾ ਕਰਕੇ ਮੁੜ ਜਾਵੇ? ਕਿ ਪੰਜਾਬ ਪੁਲਿਸ ਦੇ ਬਾਡੀਗਾਰਡ ਜਿਹੜੇ ਆ ਉਹ ਕ੍ਰਾਸ ਫਾਇਰਿੰਗ ਵੀ ਨਹੀਂ ਕਰ ਸਕਦੇ, ਜਿਵੇਂ ਆ ਪ੍ਰਦੀਪ ਸਿੰਘ ਵਾਲੇ ਮਸਲੇ 'ਚ ਹੋਇਆ ਕਿ ਉਹ ਆਏ 5-6 ਜਾਣੇ ਉਹ ਗੋਲੀਆਂ ਮਾਰ ਕੇ ਤੁਰਦੇ ਬਣੇ, ਇਹਨਾਂ ਤੋਂ ਕਿਸੇ ਤੋਂ ਕ੍ਰਾਸ ਫਾਇਰਿੰਗ ਵੀ ਨਹੀਂ ਹੁੰਦੀ? ਕਿ ਇੰਨੀ ਕਿਉਂ ਗਿਰਾਵਟ ਆ ਰਹੀ ਹੈ ਪੰਜਾਬ ਪੁਲਿਸ ਦੇ ਵਿੱਚ? ਪਹਿਲੀ ਗੱਲ ਤਾਂ ਵਾਰਦਾਤ ਰੋਕਣ ਦੀ ਸਮਰੱਥਾ ਖਤਮ ਹੈ, ਫਿਰ ਵਾਰਦਾਤ ਤੋਂ ਬਾਅਦ ਦੋਸ਼ੀ ਨੂੰ ਫੜਨ ਦੀ ਸਮਰੱਥਾ ਖਤਮ ਹੈ, ਫਿਰ ਦੋਸ਼ੀ ਫੜ ਕੇ ਰੱਖਣ ਦੀ ਸਮਰੱਥਾ ਖਤਮ ਹੈ। ਪੰਜਾਬ ਪੁਲਿਸ ਨੂੰ ਹੋ ਕੀ ਗਿਆ? ਔਰ ਮਾਨ ਸਾਹਿਬ ਇਹਨਾਂ ਚੀਜ਼ਾਂ ਦੀ ਜਿਹੜੀ ਹੈ ਉਹ ਖੰਗਾਲ ਕਿਉਂ ਨਹੀਂ ਕਰਦੇ? ਮਾਨ ਸਾਹਿਬ ਇਹਨਾਂ ਚੀਜ਼ਾਂ 'ਤੇ ਵਰਕ ਕਿਉਂ ਨਹੀਂ ਕਰ ਰਹੇ? ਉਹਨਾਂ ਦੀ ਸਰਕਾਰ ਇਹਨਾਂ ਚੀਜ਼ਾਂ ਨੂੰ ਸੋਚ ਕਿਉਂ ਨਹੀਂ ਰਹੀ ਕਿ ਅਸੀਂ ਗੁਜਰਾਤ ਚਲੇ ਜਾਂਦੇ ਹਾਂ, ਅਸੀਂ ਹਿਮਾਚਲ ਚਲੇ ਜਾਂਦੇ ਹਾਂ, ਅਸੀਂ ਦਿੱਲੀ ਚਲੇ ਜਾਂਦੇ ਹਾਂ, ਬਾਅਦ ਦੇ ਵਿੱਚ ਪੰਜਾਬ ਆ ਜਿਹੜਾ ਉਹ ਰੱਬ ਆਸਰੇ। ਖੈਰ, ਪੰਜਾਬ ਪੁਲਿਸ, ਸਵਾਲ ਇਹੀ ਹੈ ਕਿ ਹੁਣ ਕੀ ਪੰਜਾਬ ਪੁਲਿਸ ਬਸ ਸ਼ਰਾਬ ਦੀਆਂ ਪੇਟੀਆਂ ਫੜਨ ਜੋਗੀ ਹੈ, ਜਾਂ ਜਿਹੜੇ ਘਰਾਂ ਦੇ ਵਿੱਚ ਸ਼ਰਾਬ ਕੱਢਦੇ ਉਹਨਾਂ ਨੂੰ ਫੜਨ ਜੋਗੀ ਹੈ? ਸਿਕਿਉਰਿਟੀ ਵਾਸਤੇ ਇੱਕ ਟ੍ਰੇਨਿੰਗ ਹੋਣੀ ਚਾਹੀਦੀ ਹੈ, ਜਿਹੜਾ ਇੱਕ ਸੁਪਰਵਿਜ਼ਨ ਹੋਣੀ ਚਾਹੀਦੀ ਹੈ, ਚੈਕਿੰਗ ਹੋਣੀ ਚਾਹੀਦੀ ਹੈ ਬਕਾਇਦਾ ਕਿ ਕਿਹੜਾ ਬੰਦਾ ਸਿਕਿਉਰਿਟੀ ਕਰ ਰਿਹਾ ਵਾ। ਕਾਨੂੰਨੀ ਮਾਰ ਤਾਂ ਇਹ ਕਹਿੰਦੇ ਕਿ ਪੰਜਾਬ ਵਾਸਤੇ ਜਿਹੜਾ ਕਿ ਸਰਹੱਦੀ ਸੂਬਾ ਵਾ ਉਹਦੇ ਵਾਸਤੇ ਕਾਰਜਕਾਰੀ DGP ਨਹੀਂ ਚੱਲ ਸਕਦਾ। ਦੂਜੀ ਗੱਲ ਇਹ ਹੈ ਕਿ ਜਿਹੜਾ ਇਸ ਤੱਕ ਕਿ ADGP ਵੀ ਨਹੀਂ ਹੈ ਸਾਡੇ ਕੋਲੇ, ਹੋਰ ਤਾਂ ਹੋਰ ਜਿਹੜਾ ADGP ਇੰਟੈਲੀਜੈਂਸ ਹੈ ਉਹ ਵੀ ਕਾਰਜਕਾਰੀ ਹੈ। ਸੋ ਤੁਸੀਂ ਇਸ ਤਰੀਕੇ ਨਾਲ ਸੂਬਾ ਚਲਾਓਗੇ? ਤੁਹਾਡੇ ਕੋਲੇ ਜਦੋਂ DGP ਨਹੀਂ, DGP ਕਾਰਜਕਾਰੀ ਹੈ, ਤੁਹਾਡਾ ADGP ਹੈ ਨਹੀਂ, ਇੰਟੈਲੀਜੈਂਸ ਵਾਲਾ ਕਾਰਜਕਾਰੀ ਹੈ, ਪੁਲਿਸ ਤਾਂ ਸਾਰੀ ਆਪ ਮਾਰੇ ਹੋਈ ਫਿਰਦੀ ਹੈ, ਜਿਹਦਾ ਜਿੱਥੇ ਸੂਤ ਆਉਂਦਾ ਜਿਵੇਂ ਆਉਂਦਾ ਬਸ ਡਿਊਟੀ ਕਰੀ ਜਾਂਦਾ। ਅਗਲਾ ਕਹਿੰਦਾ ਟਾਈਮ ਟਪਾਈ, ਚਲੋ ਬਾਹਲੀ ਗੱਲ ਕੀ ਹੈ। ਸੋ ਮਾਨ ਸਾਹਿਬ ਕਦੇ ਇਹ ਗੱਲਾਂ ਕਹਿੰਦੇ ਹੁੰਦੇ ਸੀਗੇ ਕਿ ਜੀ ਭਾਜਪਾ ਵਾਲੇ ਅਕਾਲੀ ਦਲ ਨੂੰ ਚਲਾਉਂਦੇ ਆ ਦਿੱਲੀੋਂ, ਕਾਂਗਰਸ ਵਾਲੇ ਕੈਪਟਨ ਹੋਣੀ ਉੱਥੇ ਪੇਸ਼ੀਆਂ ਭੁਗਤਦੇ ਆ। ਅੱਜ ਹੋਰ ਇਹੀ ਰਿਹਾ, ਇੱਕ ਪਾਸੇ ਸਟਾਰ ਕਾਸਟਾਂ ਦੀ ਸੂਚੀ ਬਣ ਰਹੀ ਹੈ ਦਿੱਲੀ ਦੇ ਵਿੱਚ, ਸਟਾਰ ਕਾਸਟਾਂ ਦੀ, ਮਾਫ ਕਰਨਾ, ਸਟਾਰ ਪ੍ਰਚਾਰਕਾਂ ਦੀ, ਕਿ ਕਿਹੜੇ ਸਟਾਰ ਪ੍ਰਚਾਰਕ ਨੇ, ਪਰ ਜਿਹੜੇ ਇੱਥੋਂ ਵਾਲੇ ਸਟਾਰ ਨੇ ਉਹ ਜਿਹੜਾ ਉਹਨਾਂ ਦੇ ਮੂੰਹ ਨਹੀਂ ਲੋਕ ਝਾਕ ਰਹੇ ਨੇ, ਜਿਨ੍ਹਾਂ ਨੇ ਸਟਾਰ ਬਣਾ ਕੇ ਭੇਜੇ। ਹੁਣ MLA ਚੁਣ ਕੇ ਭੇਜਣਾ ਕਿਹੜਾ ਛੋਟੀ ਗੱਲ ਹੈ? ਸੋ ਪੰਜਾਬੀਆਂ ਨੇ 92 MLA ਕਿਸੇ ਭਰੋਸੇ ਨੂੰ ਦਿੱਤੇ ਨੇ, ਕਿਸੇ ਇਹ ਨਹੀਂ ਕਿਹਾ ਕਿ ਉਹ ਇਤਫਾਕਨ ਸੀਗਾ, ਬਹੁਤ ਵੱਡੀ ਉਮੀਦ ਸੀ, ਪਰ 7 ਘਟਨਾਵਾਂ ਬੈਕ ਟੂ ਬੈਕ ਵਾਪਰ ਜਾਣੀਆਂ। ਇਹਨਾਂ ਨੇ ਮਾਨ ਸਰਕਾਰ ਦੀ ਜਿਹੜੀ ਹੈ ਕੰਮਕਾਰ ਦੀ ਔਰ ਉਹਨਾਂ ਦੀ ਲਾਅ ਐਂਡ ਆਰਡਰ ਮੇਨਟੇਨ ਕਰਨ ਦੀ ਜਿਹੜੀ ਸਥਿਤੀ ਹੈ, ਜੋ ਕੰਟਰੋਲ ਹੈ, ਉਹ 'ਤੇ ਸਵਾਲ ਖੜੇ ਕੀਤੇ ਨੇ। ਅਤੇ ਸਵਾਲ ਇੱਕ ਇਹ ਵੀ ਬਣਦਾ ਕਿ ਮੁੱਖ ਮੰਤਰੀ ਸਾਹਿਬ ਖੁਦ ਜਿਹੜੇ ਆ ਉਹ ਰਿਮੋਟ ਕੰਟਰੋਲਡ ਮੁੱਖ ਮੰਤਰੀ ਹੋ ਗਏ ਨੇ। ਕਿ ਪੰਜਾਬ ਪੁਲਿਸ ਇਹ ਨਹੀਂ ਚਾਹੁੰਦੀ ਕਿ ਸੂਬੇ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰਹੇ? ਕਿ ਭਗਵੰਤ ਮਾਨ ਨੂੰ ਇੰਨਾ ਵੀ ਨਹੀਂ ਪਤਾ ਲੱਗਦਾ ਕਿ ਸੂਬੇ ਦੇ ਵਿੱਚ ਹੋ ਕੀ ਰਿਹਾ? ਵਾਰਦਾਤ ਹੋ ਜਾਣੀ, ਮੀਟਿੰਗਾਂ ਕਰ ਲੈਣੀਆਂ, ਉਹ ਇੱਕ ਵੱਖਰੀ ਗੱਲ ਹੈ, ਔਰ ਕਹਿ ਦੇਣਾ ਕਿ ਅਸੀਂ ਮੂਸੇਵਾਲੇ ਨੂੰ ਇਨਸਾਫ ਦੇਵਾਂਗੇ, ਅਸੀਂ ਸੰਦੀਪ ਨੰਗਲ ਅੰਬੀਆਂ ਨੂੰ ਇਨਸਾਫ ਦੇਵਾਂਗੇ। ਮੂਸੇਵਾਲੇ ਦੇ ਵਾਰਸ ਵੀ ਕਹਿ ਚੁੱਕੇ ਆ ਕਿ ਅਸੀਂ ਦੇਸ਼ ਛੱਡ ਜਾਣਾ ਵਾ, ਮਹੀਨੇ ਦਾ ਅਲਟੀਮੇਟਮ ਦਿੱਤਾ ਹੈ। ਦੂਜੇ ਪਾਸੇ ਬੀਬੀ ਜਿਹੜੀ ਸੰਦੀਪ ਨੰਗਲ ਅੰਬੀਆਂ ਦੇ ਘਰੋਂ ਆ ਭੈਣ,
ਉਹ ਕਹਿ ਰਹੀ ਹੈ ਕਿ ਫਲਾਨਾ ਬੰਦਾ ਜਿਹੜਾ ਦੋਸ਼ੀ ਜਿਹੜਾ ਨਾਮਜ਼ਦ ਆ ਉਹ ਫਲਾਣੇ ਥਾਂ ਬੈਠਾ ਵਾ, ਉਹਨੂੰ ਫੜੋ ਜਾ ਕੇ। ਪੁਲਿਸ ਕਹਿੰਦੀ ਅਸੀਂ ਕਰੀਏ ਕੀ। ਸੋ ਇਹ ਹਾਲਾਤ ਬਣੇ ਹੋਏ ਨੇ ਜਿਨ੍ਹਾਂ ਹਾਲਾਤਾਂ ਤੋਂ ਬਾਅਦ ਹਰ ਪੰਜਾਬੀ ਜਿਹੜਾ ਉਹ ਖੌਫਜ਼ਦਾ ਹੈ। ਤੇ ਜਹਾਜ਼ ਦੇ ਝੂਟਿਆਂ ਤੋਂ ਜੇ ਫੁਰਸਤ ਮਿਲੇ ਮੁੱਖ ਮੰਤਰੀ ਸਾਹਿਬ ਨੂੰ ਤਾਂ ਸੂਬੇ ਦੇ ਵਿੱਚ ਜ਼ਮੀਨ ਤੇ ਆ ਕੇ ਸੂਬੇ ਦੇ ਜ਼ਮੀਨੀ ਹਾਲਾਤ ਜ਼ਰੂਰ ਦੇਖ ਲੈਣ। ਬਹੁਤ ਬਹੁਤ ਧੰਨਵਾਦ।